ਹੈਲੋ एवरीवन ਵੈਲਕਮ ਟੂ ਦਿਸ ਚੈਨਲ। ਅਤੇ ਜਿਵੇਂ ਕਿ ਆਪਣੀ PS ਟੈਟ ਪੇਪਰ 2 ਦੇ ਲਈ ਸਾਇੰਸ ਦੀ ਰਿਵੀਜ਼ਨ ਸੀਰੀਜ਼ ਸ਼ੁਰੂ ਕੀਤੀ ਗਈ ਹੈ ਅਤੇ ਅੱਜ ਉਸ ਦਾ ਸੈਕਿੰਡ ਟੌਪਿਕ ਹੈ, ਸੈਕਿੰਡ ਚੈਪਟਰ ਹੈ ਜਿਹੜਾ ਕਿ ਐਸਿਡ ਬੇਸ ਅਤੇ ਸਾਲਟ ਹੈ। ਅਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਇੰਪੋਰਟੈਂਟ MCQ ਪਲੱਸ ਪ੍ਰੀਵੀਅਸ ਈਅਰ ਕੁਐਸਚਨਜ਼ ਜਿਹੜੇ ਬਹੁਤ ਹੀ ਇੰਪੋਰਟੈਂਟ ਨੇਗੇ। ਸਭ ਤੋਂ ਪਹਿਲਾ ਪੁਆਇੰਟ ਆਪਣਾ ਸ਼ੁਰੂ ਕਰ ਦਿਆਂਗੇ ਐਸਿਡ ਤੋਂ ਕਿ ਐਸਿਡ ਕੀ ਹੁੰਦਾ ਹੈ। ਸਿੰਪਲੀ ਦੇਖੋ ਐਸਿਡ ਕੀ ਹੈਗਾ। ਐਸਿਡ ਕੀ ਹੈ? ਸਬਸਟਾਂਸਿਸ ਟੇਸਟਸ ਸੋਰ ਕੰਟੇਨ ਐਸਿਡ। ਸਿੰਪਲੀ ਦੇਖੋ ਪੰਜਾਬੀ ਦੇ ਵਿੱਚ ਕੀ ਹੋ ਗਿਆ ਕਿ ਜਿਹੜੇ ਵੀ ਸਬਸਟਾਂਸ ਕੀ ਨੇਗੇ ਖੱਟੇ ਹੁੰਦੇ ਨੇਗੇ ਉਹਨਾਂ ਦੇ ਵਿੱਚ ਐਸਿਡ ਹੁੰਦਾ ਹੈ। ਠੀਕ ਹੈ, ਇਹ ਤਾਂ ਹੋ ਗਈ ਲੋਅਰ ਕਲਾਸਿਸ ਦੀ ਡੈਫੀਨੇਸ਼ਨ। ਜੇ ਆਪਾਂ ਅੱਪਰ ਡੈਫੀਨੇਸ਼ਨ ਦੇਖੀਏ 9th 10th ਦੀ ਕਲਾਸਿਸ ਦੀ ਡੈਫੀਨੇਸ਼ਨ ਦੇਖੀਏ ਤਾਂ ਐਸਿਡ ਕੀ ਹੁੰਦੇ ਨੇ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਉਹ ਸਪੀਸੀਜ਼ ਹੁੰਦੀਆਂ ਨੇ ਐਸਿਡ ਜਿਹੜੀਆਂ ਡੋਨੇਟ ਕਰਦੀਆਂ ਨੇ ਸੋਲਿਊਸ਼ਨ ਦੇ ਵਿੱਚ H ਪੋਜ਼ੀਟਿਵ ਆਇਨ ਜਾਂ ਅਸੈਪਟ ਕਰਦੀਆਂ ਨੇਗੀਆਂ ਇਲੈਕਟ੍ਰੋਨ ਪੇਅਰ ਸੋਲਿਊਸ਼ਨ ਤੋਂ। ਠੀਕ ਹੈ, ਉਹ ਸਪੀਸੀਜ਼ ਕੀ ਹੁੰਦੀਆਂ ਨੇ ਐਸਿਡ ਹੁੰਦੀਆਂ ਨੇਗੀਆਂ। ਜਿਵੇਂ ਕਿ ਲੋਅਰ ਹਾਈਅਰ ਕਲਾਸਿਸ ਦੇ ਵਿੱਚ ਤੁਸੀਂ ਅੱਗੇ ਪੜ੍ਹੋਗੇ ਅਲੱਗ-ਅਲੱਗ ਜਿਹਨੇ ਕੈਮਿਸਟ ਨੇਗੀਆਂ ਡੈਫੀਨੇਸ਼ਨਸ ਦਿੱਤੀਆਂ ਹੋਈਆਂ ਨੇ। ਜਿਵੇਂ ਆਰਹੀਨੀਅਸ ਹੋ ਗਿਆ, ਬਰਾਊਨਸਟਡ ਲੌਰੀ ਹੋ ਗਿਆ, ਉਹ ਕੀ ਕਹਿੰਦੇ ਨੇ ਕਿ ਜਿਹੜੇ ਡੋਨੇਟ ਕਰਦੇ ਨੇ H ਪੋਜ਼ੀਟਿਵ ਉਹ ਐਸਿਡ ਹੋ ਜਾਂਦੇ ਨੇਗੇ। ਲੂਇਸ ਦਾ ਕੰਸੈਪਟ ਕੀ ਹੋ ਜਾਂਦਾ ਗਾ, ਲੂਇਸ ਦਾ ਜਿਹੜਾ ਇਲੈਕਟ੍ਰੋਨ ਪੇਅਰ ਸਪੀਸੀਜ਼ ਸੋਲਿਊਸ਼ਨ ਤੋਂ ਅਸੈਪਟ ਕਰਦੀਆਂ ਨੇ ਸਪੀਸੀਜ਼ ਉਹ ਕੀ ਹੋ ਜਾਂਦੀਆਂ ਨੇਗੀਆਂ ਐਸਿਡ ਹੋ ਜਾਂਦੀਆਂ ਨੇ ਆਪਣੇ ਕੋਲ। ਤਾਂ ਐਸਿਡ ਕੀ ਹੁੰਦੇ ਨੇਗੇ ਜਿਹੜੇ ਡੋਨੇਟ ਕਰਦੇ ਨੇ H ਪੋਜ਼ੀਟਿਵ ਅਸੈਪਟ ਕਰਦੇ ਨੇ ਇਲੈਕਟ੍ਰੋਨ ਪੇਅਰ ਉਹ ਐਸਿਡ ਹੁੰਦੇ ਨੇ ਅਤੇ ਟੇਸਟ ਦੇ ਵਿੱਚ ਖੱਟੇ ਹੁੰਦੇ ਨੇਗੇ। ਐਸਿਡ ਵਰਡ ਬਣਿਆ ਕਿੱਥੋਂ ਆ? ਐਸਿਡ ਵਰਡ ਬਣਿਆ ਗਾ ਏਸੀਅਰ ਵਰਡ ਤੋਂ। ਏਸੀਅਰ ਦਾ ਮੀਨਿੰਗ ਹੀ ਕੀ ਹੁੰਦਾ ਹੈ? ਸੋਰ। ਠੀਕ ਹੈ, ਕੁਝ ਐਗਜ਼ਾਮਪਲਸ ਨੇਗੀਆਂ ਐਸਿਡਸ ਦੀਆਂ। ਫੋਰ ਐਗਜ਼ਾਮਪਲ ਸਿਟਰਿਕ ਐਸਿਡ ਹੋ ਗਿਆ, ਲੈਕਟਿਕ ਐਸਿਡ ਹੋ ਗਿਆ, ਟਾਰਟਰਿਕ ਐਸਿਡ ਹੋ ਗਿਆ, ਆਕਜ਼ੈਲਿਕ ਐਸਿਡ ਹੋ ਗਿਆ, ਐਸੀਟਿਕ ਐਸਿਡ ਹੋ ਗਿਆ। ਇਹਨਾਂ ਦੇ ਅੱਗੇ ਯੂਜ਼ਸ ਜਾਂ ਕਿਹਨਾਂ ਦੇ ਵਿੱਚ ਪਾਇਆ ਜਾਂਦਾ ਹੈ ਇਹ ਅੱਗੇ ਆਪਾਂ ਫਰਦਰ ਡਿਸਕਸ ਕਰਾਂਗੇ। ਤਾਂ ਸੈਕਿੰਡ ਪੁਆਇੰਟ ਹੋ ਗਿਆ ਆਪਣਾ ਐਸਿਡ ਕੰਪਲੀਟ ਹੋ ਗਿਆ। ਸੈਕਿੰਡ ਹੋ ਗਿਆ ਬੇਸਿਸ। ਬੇਸ ਸਿੰਪਲੀ ਕੀ ਹੁੰਦੇ ਨੇਗੇ ਜਿਹੜੇ ਟੇਸਟ ਦੇ ਵਿੱਚ ਕੌੜੇ ਹੁੰਦੇ ਨੇ ਉਹਨਾਂ ਨੂੰ ਬੇਸ ਕਿਹਾ ਜਾਂਦਾ ਗਾ। ਠੀਕ ਹੈ ਜੀ, ਅਤੇ ਬੇਸਿਸ ਨੂੰ ਕਿਵੇਂ ਡਿਸਟਿੰਗੁਇਸ਼ ਕਰਦੇ ਆ ਐਸਿਡ ਤੋਂ? ਫੀਲ ਸੋਪੀ। ਜਦੋਂ ਆਪਾਂ ਆਪਣੇ ਫਿੰਗਰਸ ਦੇ ਵਿੱਚ ਇਸ ਤਰ੍ਹਾਂ ਰਬ ਕਰਾਂਗੇ ਇਹਨਾਂ ਨੂੰ ਤਾਂ ਇੱਕ ਤਰ੍ਹਾਂ ਦੀ ਚਿਕਨਾਹਟ ਸੋਪੀ ਦਾ ਫੀਲ ਆਊਗਾ। ਠੀਕ ਹੈ ਨਾ, ਰਬਿੰਗ ਬਿਟਵੀਨ ਆਰ ਫਿੰਗਰਸ। ਅਤੇ ਜੇ ਹਾਈਅਰ ਕਲਾਸਿਸ ਦੀ ਡੈਫੀਨੇਸ਼ਨ ਦੇਖੀਏ ਤਾਂ ਬੇਸ ਕੀ ਹੁੰਦਾ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਜਿਹੜੇ ਸੋਲਿਊਸ਼ਨ 'ਚ OH ਨੈਗੇਟਿਵ ਆਇਨ ਸੋਲਿਊਸ਼ਨ ਦੇ ਵਿੱਚ ਪ੍ਰੋਵਾਈਡ ਕਰਵਾਉਂਦੇ ਨੇਗੇ ਉਹ ਕੀ ਹੁੰਦੇ ਨੇ? ਬੇਸਿਸ ਹੁੰਦੇ ਨੇ। ਜਾਂ ਇਹਨਾਂ ਤੋਂ ਆਪੋਜ਼ਿਟ ਕੀ ਹੋ ਸਕਦਾ? ਅਸੈਪਟ ਕਰਦੇ ਨੇ H ਪੋਜ਼ੀਟਿਵ ਆਇਨ ਸੋਲਿਊਸ਼ਨ ਤੋਂ। ਬੇਸ ਕੀ ਹੁੰਦੇ ਨੇ? ਜਾਂ OH ਆਇਨ ਦਿੰਦੇ ਨੇਗੇ ਜਾਂ ਅਸੈਪਟ ਕਰਦੇ ਨੇ H ਪੋਜ਼ੀਟਿਵ ਆਇਨ। ਠੀਕ ਹੈ ਜੀ, ਐਸਿਡ ਕੀ ਹੁੰਦੇ ਸੀਗੇ? H ਪੋਜ਼ੀਟਿਵ ਆਇਨ ਦਿੰਦੇ ਸੀਗੇ, ਇਹ ਅਸੈਪਟ ਕਰਦੇ ਨੇ H ਪੋਜ਼ੀਟਿਵ ਆਇਨ। ਠੀਕ ਹੈ ਜੀ, ਐਸਿਡ ਬੇਸ ਕੰਪਲੀਟ। ਅਤੇ ਹੁਣ ਆਪਾਂ ਡਿਸਟਿੰਗੁਇਸ਼ ਕਿਵੇਂ ਕਰਾਂਗੇ? ਹਾਊ ਟੂ ਚੈੱਕ ਐਸਿਡ ਜਾਂ ਬੇਸਿਕ। ਠੀਕ ਹੈ ਨਾ, ਇਹਦੇ ਲਈ ਕੁਝ ਪੈਰਾਮੀਟਰ ਨੇਗੇ, ਕੁਝ ਇੰਡੀਕੇਟਰ ਨੇਗੇ ਪ੍ਰੋਵਾਈਡ ਕਰਵਾਏ ਗਏ ਨੇ ਕੈਮਿਸਟਰੀ ਦੇ ਵਿੱਚ। ਫੋਰ ਐਗਜ਼ਾਮਪਲ ਆਪਾਂ ਸਿੰਪਲੀ ਜੇ ਦੇਖੀਏ PH ਸਕੇਲ ਤੋਂ ਡਿਸਟਿੰਗੁਇਸ਼ ਕਰ ਸਕਦੇ ਹਾਂ ਕਿ ਕਿਹੜਾ ਸੋਲਿਊਸ਼ਨ ਜਾਂ ਕਿਹੜੀ ਸਪੀਸੀਜ਼ ਕੀ ਹੈਗੀ ਐਸਿਡਿਕ ਆ ਜਾਂ ਬੇਸਿਕ ਹੈਗੀ। PH ਸਕੇਲ ਸਭ ਨੇ ਦੇਖਿਆ ਹੋਣਾ ਗਾ, ਉਹਦੇ ਉੱਤੇ ਕੀ ਇੱਕ ਸਟ੍ਰਿਪ ਹੁੰਦੀ ਹੈਗੀ ਪ੍ਰੋਪਰ। ਠੀਕ ਹੈ ਜੀ, ਉਸ ਸਟ੍ਰਿਪ ਦੇ ਉੱਤੇ ਕੀ ਨੰਬਰਿੰਗ ਹੋਈ ਹੁੰਦੀ ਹੈਗੀ 0 1 ਤੋਂ ਲੈ ਕੇ ਠੀਕ ਹੈ ਜੀ 14 ਤੱਕ। ਇਸ ਤਰ੍ਹਾਂ ਸਟ੍ਰਿਪ ਦੇ ਉੱਤੇ ਨੰਬਰਿੰਗ ਹੋਈ ਹੁੰਦੀ ਹੈ। ਸੈਂਟਰ ਪੁਆਇੰਟ ਹੁੰਦਾ ਉਹਦਾ 7 'ਤੇ ਆਪਾਂ ਨਿਊਟਰਲ ਮੈਜ਼ਰ ਕਰ ਦਿਆਂਗੇ। ਜਿਵੇਂ ਆਪਣਾ ਵਾਟਰ ਹੈਗਾ, ਜੇ ਵਾਟਰ ਦੇ ਵਿੱਚ ਡਿਪ ਕਰਾਂਗੇ ਤਾਂ ਉਹ 7 ਤੱਕ ਮੈਜ਼ਰ ਕਰੂਗਾ। ਠੀਕ ਹੈ, ਮਤਲਬ ਕਿ ਨਿਊਟਰਲ ਹੈਗਾ ਆਪਣਾ ਵਾਟਰ, ਨਾ ਐਸਿਡਿਕ ਆ ਨਾ ਬੇਸਿਕ ਆ। ਜੇ ਤਾਂ 7 ਤੋਂ ਘੱਟ ਜਾਂਦੀ ਹੈਗੀ ਰੇਂਜ ਠੀਕ ਹੈ ਤਾਂ ਉਹ ਕੀ ਹੋ ਜਾਂਦੀ ਹੈ? ਐਸਿਡਿਕ। 7 ਤੋਂ ਉੱਪਰ ਵਾਲੇ ਕੀ ਹੁੰਦੇ ਨੇ? ਬੇਸਿਕ ਸ਼ੋ ਕਰਦੇ ਨੇ। ਠੀਕ ਹੈ, ਜਿੰਨਾ 7 ਤੋਂ ਉੱਪਰ ਜਾਈ ਜਾਊ ਓਨਾ ਹੀ ਉਹ ਸੋਲਿਊਸ਼ਨ ਕੀ ਆ ਜਾਂ ਸਪੀਸੀਜ਼ ਕੀ ਉਹ ਬੇਸਿਕ ਹੋਊਗੀ। ਜਿੰਨਾ 7 ਤੋਂ ਨੀਚੇ ਜਾਈ ਜਾਊਗਾ ਓਨਾ ਕੀ ਹੋਊਗੀ ਉਹ ਸਪੀਸੀਜ਼ ਐਸਿਡਿਕ ਹੋਊਗੀ। ਠੀਕ ਹੈ ਜੀ, ਜਿੰਨਾ 1 ਤੋਂ 7 ਦੇ ਵਿੱਚ ਐਸਿਡਿਕ ਹੁੰਦੀ ਆ, 7 ਤੋਂ 14 ਦੇ ਵਿੱਚ ਕੀ ਹੁੰਦੀ ਆ? ਬੇਸਿਕ ਹੁੰਦੀ ਹੈ। ਠੀਕ ਹੈ, 7 ਦੇ ਉੱਤੇ ਨਿਊਟਰਲ ਹੁੰਦੀ ਹੈਗੀ। ਇਹ ਤਾਂ ਹੋ ਗਿਆ PH ਸਕੇਲ ਤੋਂ ਕਿਵੇਂ ਪਤਾ ਕਰ ਸਕਦੇ ਹਾਂ। ਸੈਕਿੰਡਲੀ ਲਿਟਮਸ ਪੇਪਰ ਦੀ ਮਦਦ ਨਾਲ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਕੋਈ ਸਪੀਸੀਜ਼ ਐਸਿਡਿਕ ਆ ਜਾਂ ਬੇਸਿਕ ਆ। ਫਸਟਲੀ ਦੇਖੋ ਕਿ ਲਿਟਮਸ ਪੇਪਰ ਦਾ ਜਿਹੜਾ ਐਕਚੁਅਲ ਕਲਰ ਹੁੰਦਾ ਗਾ ਉਹ ਕੀ ਹੁੰਦਾ ਗਾ? ਪਰਪਲ ਕਲਰ ਦਾ ਹੁੰਦਾ, ਜਿਹੜਾ ਉਹਦਾ ਓਰੀਜਨਲ ਕਲਰ ਹੁੰਦਾ। ਕਿਹੜਾ ਹੁੰਦਾ ਗਾ? MCQ ਬਣਿਆ ਹੋਇਆ ਪਹਿਲਾਂ ਵੀ ਅਤੇ ਹੁਣ ਵੀ ਆਉਣ ਦੇ ਚਾਂਸਿਸ ਨੇਗੇ। ਲਿਟਮਸ ਪੇਪਰ ਦਾ ਜਿਹੜਾ ਓਰੀਜਨਲ ਕਲਰ ਹੁੰਦਾ ਉਹ ਹੁੰਦਾ ਪਰਪਲ ਕਲਰ ਦਾ। ਠੀਕ ਹੈ, ਬਣਦਾ ਕਿੱਥੋਂ? ਲਿਟਮਸ ਪੇਪਰ ਨੈਚੁਰਲ ਡਾਈਜ਼ ਤੋਂ ਬਣਦਾ ਗਾ, ਜਿਵੇਂ ਲੀਚਨਸ ਕਾਈ ਹੁੰਦੀ ਹੈਗੀ ਪੇੜ ਪੌਦਿਆਂ ਤੋਂ ਉਹਨਾਂ ਤੋਂ ਬਣਦਾ ਗਾ। ਠੀਕ ਹੈ, ਇਹ ਵੀ MCQ ਫਾਰਮ ਹੋ ਚੁੱਕਿਆ ਪਹਿਲਾਂ। ਠੀਕ ਹੈ, ਲਿਟਮਸ ਪੇਪਰ ਕਿੱਥੋਂ ਬਣਦਾ? ਲੀਚਨਸ ਤੋਂ। ਅਤੇ ਓਰੀਜਨਲ ਕਲਰ ਕੀ ਹੁੰਦਾ ਲਿਟਮਸ ਪੇਪਰ ਦਾ? ਪਰਪਲ ਕਲਰ। ਠੀਕ ਹੈ, ਜੇ ਲਿਟਮਸ ਪੇਪਰ ਨੂੰ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ? ਮੰਨ ਲਓ ਕੋਈ ਸੋਲਿਊਸ਼ਨ ਆ, ਲਿਟਮਸ ਪੇਪਰ ਆ ਜਿਹੜਾ ਐਸਿਡਿਕ ਮੀਡੀਅਮ ਦੇ ਵਿੱਚ ਕੀ ਹੋ ਜਾਂਦਾ ਗਾ? ਲਿਟਮਸ ਪੇਪਰ ਮੰਨ ਲਓ ਕੋਈ ਅਨਨੋਨ ਸੋਲਿਊਸ਼ਨ ਆ, ਆਪਾਂ ਨੂੰ ਨਹੀਂ ਪਤਾ ਕਿ ਉਹ ਐਸਿਡਿਕ ਆ ਜਾਂ ਬੇਸਿਕ ਆ। ਜੇ ਆਪਾਂ ਉਹ ਅਨਨੋਨ ਸੋਲਿਊਸ਼ਨ ਦੇ ਵਿੱਚ ਲਿਟਮਸ ਪੇਪਰ ਪਾਵਾਂਗੇ ਤਾਂ ਉਹ ਕੀ ਹੋ ਜਾਊਗਾ? ਲਿਟਮਸ ਪੇਪਰ ਦਾ ਕਲਰ ਕੀ ਹੋ ਜਾਊਗਾ? ਰੈੱਡ ਹੋ ਜਾਏਗਾ। ਤਾਂ ਇੱਥੋਂ ਆਪਾਂ ਇਹ ਡਿਸਟਿੰਗੁਇਸ਼ ਕਰ ਸਕਦੇ ਹਾਂ ਕਿ ਉਹ ਸੋਲਿਊਸ਼ਨ ਕੀ ਹੈਗਾ? ਐਸਿਡਿਕ ਆ। ਜੇ ਆਪਣਾ ਲਿਟਮਸ ਪੇਪਰ ਕੀ ਹੋ ਗਿਆ? ਬਲੂ ਹੋ ਗਿਆ। ਠੀਕ ਹੈ, ਤਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਉਹ ਜਿਹੜਾ ਸੋਲਿਊਸ਼ਨ ਆ ਅਨਨੋਨ ਆਪਾਂ ਚੈੱਕ ਕਰ ਰਹੇ ਹਾਂਗੇ ਉਹ ਕੀ ਆ? ਬੇਸਿਕ ਸੋਲਿਊਸ਼ਨ ਹੈਗਾ। ਠੀਕ ਹੈ,
pH ਸਕੇਲ ਦੀ ਮਦਦ ਨਾਲ ਕਿਵੇਂ ਫਾਈਂਡ ਕਰ ਸਕਦੇ ਹਾਂ ਐਸਿਡਿਕ ਬੇਸਿਕ ਸੋਲਿਊਸ਼ਨ ਨੂੰ, ਤੇ ਲਿਟਮਸ ਪੇਪਰ ਦੀ ਮਦਦ ਨਾਲ ਕਿਵੇਂ ਡਿਸਟਿੰਗੁਇਸ਼ ਕਰ ਸਕਦੇ ਹਾਂ ਐਸਿਡਿਕ ਜਾਂ ਬੇਸਿਕ ਮੀਡੀਅਮ ਨੂੰ, ਠੀਕ ਹੈ, ਜਾਂ ਬੇਸਿਕ ਸੋਲਿਊਸ਼ਨ ਨੂੰ। ਥਰਡ ਇੰਡੀਕੇਟਰ ਆ ਗਿਆ ਫਿਨੋਫਥਲਿਨ ਟੈਸਟ। ਫਿਨੋਫਥਲਿਨ ਟੈਸਟ ਦੀ ਮਦਦ ਦੇ ਨਾਲ ਆਪਾਂ ਕਿਵੇਂ ਕਹਿ ਸਕਦੇ ਹਾਂਗੇ ਜਾਂ ਕਿਵੇਂ ਦੱਸ ਸਕਦੇ ਹਾਂ, ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂਗੇ ਕਿ ਕੋਈ ਸੋਲਿਊਸ਼ਨ ਐਸਿਡਿਕ ਆ ਜਾਂ ਸਪੀਸੀਜ਼ ਕੋਈ ਬੇਸਿਕ ਹੈਗੀ, ਠੀਕ ਹੈ ਜੀ। ਇਫ ਮੰਨ ਲਓ ਕੋਈ ਐਸਿਡਿਕ ਆ, ਆਪਾਂ ਨੂੰ ਨਹੀਂ ਪਤਾ, ਕੋਈ ਸੋਲਿਊਸ਼ਨ ਲੈ ਲਿਆ ਆਪਾਂ ਨੇ, ਆਪਾਂ ਨੂੰ ਨਹੀਂ ਪਤਾ ਕਿ ਉਹ ਐਸਿਡਿਕ ਆ ਜਾਂ ਬੇਸਿਕ, ਆਪਾਂ ਟੈਸਟ ਕਰ ਰਹੇ ਹਾਂ, ਫਾਈਂਡ ਆਊਟ ਕਰਨਾ ਕਿ ਸੋਲਿਊਸ਼ਨ ਐਸਿਡਿਕ ਆ ਜਾਂ ਬੇਸਿਕ ਆ, ਠੀਕ ਹੈ। ਆਪਾਂ ਨੇ ਕੁਛ ਨਹੀਂ ਕਰਨਾ, ਜੇ ਆਪਾਂ ਨੇ ਸੋਲਿਊਸ਼ਨ ਦੇ ਵਿੱਚ ਫਿਨੋਫਥਲਿਨ ਪਾਤਾ, ਫਿਨੋਫਥਲਿਨ ਪਾਉਣ ਤੋਂ ਬਾਅਦ ਜੇ ਤਾਂ ਉਹ ਕਲਰਲੈਸ ਹੋ ਗਿਆ ਸੋਲਿਊਸ਼ਨ ਤਾਂ ਆਪਾਂ ਕਹਾਂਗੇ ਉਹ ਸੋਲਿਊਸ਼ਨ ਕੀ ਆ ਐਸਿਡਿਕ ਆ। ਜੇ ਫਿਨੋਫਥਲਿਨ ਪਾਉਣ ਤੋਂ ਬਾਅਦ ਉਹਦਾ ਕਲਰ ਪਿੰਕ ਹੋ ਗਿਆ, ਠੀਕ ਹੈ, ਤਾਂ ਆਪਾਂ ਕਹਾਂਗੇ ਉਹ ਸੋਲਿਊਸ਼ਨ ਕੀ ਹੈਗਾ ਬੇਸਿਕ ਆ, ਜਿਹੜਾ ਆਪਾਂ ਫਾਈਂਡ ਆਊਟ ਕਰਨਾ ਗਾ ਐਸਿਡ ਬੇਸਿਕ, ਠੀਕ ਹੈ, ਡਿਸਟਿੰਗੁਇਸ਼ ਕਰਨਾ। ਫਿਨੋਫਥਲਿਨ ਪਾਉਣ ਤੋਂ ਬਾਅਦ ਜੇ ਤਾਂ ਕਲਰਲੈਸ ਹੋ ਗਿਆ ਤਾਂ ਐਸਿਡਿਕ, ਜੇ ਪਿੰਕ ਕਲਰ ਸ਼ੋ ਕਰ ਰਿਹਾ ਹੈਗਾ ਉਹ ਸੋਲਿਊਸ਼ਨ ਤਾਂ ਕੀ ਹੈਗਾ ਉਹ ਬੇਸਿਕ ਆ, ਠੀਕ ਹੈ ਜੀ। ਜਿਵੇਂ ਆਪਾਂ ਉਹ ਕੈਮਿਸਟਰੀ ਲੈਬ ਦੇ ਵਿੱਚੋਂ ਬਿਊਰੇਟ ਦੇ ਨਾਲ ਸੋਡੀਅਮ ਹਾਈਡਰੋਕਸਾਈਡ ਉੱਪਰੋਂ ਪੋਰ ਆਊਟ ਕਰਦੇ ਹੁੰਦੇ ਆ ਨਾ, ਅਤੇ ਉਹ ਟਿਊਬ ਦੇ ਵਿੱਚੋਂ, ਬਿਊਰੇਟ ਟਿਊਬ ਦੇ ਵਿੱਚੋਂ, ਠੀਕ ਹੈ, ਨੀਚੇ ਫਨਲ ਦੇ ਵਿੱਚ ਫਿਨੋਫਥਲਿਨ ਸੋਲਿਊਸ਼ਨ ਇੰਡੀਕੇਟਰ ਯੂਜ਼ ਕਰਕੇ, ਠੀਕ ਹੈ ਜੀ। ਅਤੇ ਨੈਕਸਟ ਆਪਾਂ ਦੇਖਦੇ ਹਾਂਗੇ ਕੁਐਸਚਨ ਆਪਣੇ, ਅਤੇ ਇਹ ਕੁਐਸਚਨ ਹੋਰ ਵੀ ਇੰਪੋਰਟੈਂਟ ਨੇਗੇ, ਪ੍ਰੀਵੀਅਸ ਈਅਰ ਕੁਐਸਚਨ ਨੇਗੇ ਸਾਰੇ, ਇਹ ਬਣ ਚੁੱਕੇ ਨੇ, ਠੀਕ ਹੈ ਜੀ। ਅਤੇ ਐਸਿਡ ਯੂਜ਼ ਕੀਤੇ ਜਾਂਦੇ ਨੇ ਜਿਹੜੇ ਡੇਲੀ ਲਾਈਫ ਦੇ ਵਿੱਚ, ਕਿਹੜਾ ਐਸਿਡ, ਕਿਹੜੀ ਸਪੀਸੀਜ਼ 'ਚ ਕਿਹੜਾ ਐਸਿਡ ਪਾਇਆ ਜਾਂਦਾ ਹੈ, ਠੀਕ ਹੈ ਜੀ। ਫਸਟਲੀ ਆਪਾਂ ਦੇਖਦੇ ਹਾਂ ਐਸੀਟਿਕ ਐਸਿਡ, ਇਹ ਉਹਦਾ ਕੈਮੀਕਲ ਫਾਰਮੂਲਾ ਹੈਗਾ CH3COOH, ਠੀਕ ਹੈ। ਐਸੀਟਿਕ ਐਸਿਡ ਕਿਹਦੇ ਵਿੱਚ ਪਾਇਆ ਜਾਂਦਾ ਹੈ ਵਿਨੇਗਰ, ਜਿਹਨੂੰ ਸਿਰਕਾ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਠੀਕ ਹੈ। ਅਚਾਰ ਵਗੈਰਾ ਬਣਦੇ ਨੇ ਜਿਹਦੇ ਤੋਂ, ਠੀਕ ਹੈ, ਅਚਾਰ ਵਗੈਰਾ ਬਣਾਉਣ ਦੇ ਵਿੱਚ ਯੂਜ਼ ਹੁੰਦਾ ਹੈਗਾ ਵਿਨੇਗਰ, ਠੀਕ ਹੈ ਜੀ। ਐਸੀਟਿਕ ਐਸਿਡ ਕਿਹਦੇ 'ਚ ਪਾਇਆ ਜਾਂਦਾ ਵਿਨੇਗਰ ਦੇ ਵਿੱਚ, ਫॉर ਮੈਨੂਫੈਕਚਰਿੰਗ ਆਫ ਇੰਕਸ, ਡਾਈਜ਼, ਪਰਫਿਊਮਸ, ਉੱਥੇ ਕੀ ਹੈ ਐਸੀਟਿਕ ਐਸਿਡ ਯੂਜ਼ ਕੀਤਾ ਜਾਂਦਾ ਹੈਗਾ। ਸੈਕਿੰਡ ਐਸਿਡ ਆ ਗਿਆ ਐਸਕੋਰਬਿਕ ਐਸਿਡ ਜਾਂ ਸਿਟਰਿਕ ਐਸਿਡ, ਠੀਕ ਹੈ ਜੀ। ਐਸਕੋਰਬਿਕ ਐਸਿਡ ਜਾਂ ਸਿਟਰਿਕ ਐਸਿਡ ਦੋਨੋਂ ਸੇਮ ਹੀ ਨਾਮ ਨੇਗੇ, ਜਿਵੇਂ ਆਮਲਾ ਹੋ ਗਿਆ, ਸਿਟਰਸ ਮਤਲਬ ਜਿਹੜੇ ਆਪਣੇ ਕੋਲ ਖੱਟੇ ਫਰੂਟ ਨੇ, ਠੀਕ ਹੈ ਜੀ, ਜਿਵੇਂ ਲੈਮਨ, ਔਰੇਂਜ, ਇਸ ਤਰ੍ਹਾਂ ਦੇ ਸਿਟਰਸ ਫਰੂਟ ਵੀ ਕਿਹਾ ਜਾਂਦਾ ਇਹਨੂੰ, ਜਿਵੇਂ ਲੈਮਨ, ਔਰੇਂਜ, ਇਹਨੂੰ ਸਿਟਰਸ ਫਰੂਟ ਵੀ ਕਹਿੰਦੇ ਨੇ। ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਐਸਕੋਰਬਿਕ ਸਿਟਰਿਕ ਐਸਿਡ ਪਾਇਆ ਜਾਂਦਾ, ਠੀਕ ਹੈ ਜੀ। ਥਰਡ ਆ ਗਿਆ ਆਪਣੇ ਕੋਲ ਫੋਰਮਿਕ ਐਸਿਡ, ਫੋਰਮਿਕ ਐਸਿਡ ਨੂੰ ਮਿਥਾਨੋਇਕ ਐਸਿਡ ਵੀ ਕਹਿੰਦੇ ਨੇਗੇ। ਜਿਵੇਂ ਕੀੜੀ ਨੇ, ਕੀੜੀ ਜਿਵੇਂ ਸਟਿੰਗ ਕਰਦੀ ਹੈ, ਡੰਗ ਕਰਦੀ ਹੈਗੀ, ਠੀਕ ਹੈ ਨਾ, ਆਪਣੀ ਸਕਿਨ ਦੇ ਉੱਤੇ, ਤਾਂ ਕਿਹੜਾ ਐਸਿਡ ਆਪਣੀ ਬੋਡੀ ਦੇ ਵਿੱਚ ਇੰਜੈਕਟ ਕਰ ਦਿੰਦੀ ਹੈ, ਜਿਹਦੇ ਨਾਲ ਆਪਣੀ ਕੀ ਹੈ ਰੈਡਨੈਸ ਹੋ ਜਾਂਦੀ ਹੈ, ਸਕਿਨ ਦੇ ਉੱਪਰ ਰੈਡਨੈਸ ਹੋ ਜਾਂਦੀ ਹੈ, ਠੀਕ ਹੈ ਜੀ। ਤਾਂ ਉਹ ਕਿਹੜਾ ਐਸਿਡ ਹੁੰਦਾ ਗਾ ਫੋਰਮਿਕ ਐਸਿਡ ਜਾਂ ਮਿਥਾਨੋਇਕ ਐਸਿਡ। ਇਹ ਪਹਿਲਾਂ ਵੀ ਕਿੰਨੇ ਵਾਰ ਕੁਐਸਚਨ ਪੁੱਛਿਆ ਜਾ ਚੁੱਕਿਆ ਹੈਗਾ ਇਹ, ਠੀਕ ਹੈ ਜੀ। ਐਂਟ ਸਟਿੰਗ ਜਿਹੜੀ ਜਦੋਂ ਸਕਿਨ ਦੇ ਵਿੱਚ ਐਂਟ ਸਟਿੰਗ ਕਰਦੀ ਹੈਗੀ ਤਾਂ ਕਿਹੜਾ ਐਸਿਡ ਉਹ ਇੰਜੈਕਟ ਕਰਦੀ ਹੈ, ਠੀਕ ਹੈ ਜੀ, ਉਹ ਕਿਹੜਾ ਹੁੰਦਾ ਮਿਥਾਨੋਇਕ ਜਾਂ ਫੋਰਮਿਕ ਐਸਿਡ, ਦੋਨੋਂ ਹੀ ਨਾਮ ਹੋ ਸਕਦੇ ਨੇ ਉੱਥੇ ਕੁਐਸਚਨ ਦੇ ਵਿੱਚ। ਅਤੇ ਫੋਰਥ ਆ ਗਿਆ ਆਪਣੇ ਕੋਲ ਲੈਕਟਿਕ ਐਸਿਡ। ਲੈਕਟਿਕ ਐਸਿਡ ਜਿਹੜੇ ਡਾਇਰੀ ਪ੍ਰੋਡਕਟ ਨੇ, ਮਿਲਕ ਪ੍ਰੋਡਕਟ ਨੇ, ਉਹਨਾਂ ਦੇ ਵਿੱਚ ਕੀ ਹੁੰਦਾ ਗਾ ਲੈਕਟਿਕ ਐਸਿਡ, ਜਿਵੇਂ ਲੈਕਟੋਜ਼ ਟੋਲਰੈਂਟ ਕਹਿ ਦਿੰਦੇ ਨੇਗੇ, ਠੀਕ ਹੈ ਜੀ, ਜਿਹਨੂੰ ਦੁੱਧ ਨਹੀਂ ਸੂਟ ਕਰਦਾ, ਉਹ ਕੀ ਹੁੰਦਾ ਲੈਕਟਿਕ ਐਸਿਡ ਪਾਇਆ ਜਾਂਦਾ ਦੁੱਧ ਦੇ ਵਿੱਚ। ਫਿਰ ਆ ਗਿਆ ਟਾਰਟਰਿਕ ਐਸਿਡ। ਟਾਰਟਰਿਕ ਐਸਿਡ ਕਿਹਦੇ ਵਿੱਚ ਪਾਇਆ ਜਾਂਦਾ ਇਮਲੀ ਹੋ ਗਿਆ, ਗ੍ਰੇਪਸ, ਮੈਂਗੋਜ਼, ਇਹਨਾਂ ਦੇ ਵਿੱਚ ਕੀ ਮੇਨਲੀ ਇਮਲੀ ਦੇ ਵਿੱਚ ਮੇਜਰ ਅਮਾਊਂਟ ਦੇ ਵਿੱਚ ਟਾਰਟਰਿਕ ਐਸਿਡ ਯੂਜ਼ ਕੀਤਾ ਜਾਂਦਾ ਇਮਲੀ ਦੇ ਵਿੱਚ। ਅਤੇ ਲਾਸਟ ਆ ਗਿਆ ਆਕਜ਼ੈਲਿਕ ਐਸਿਡ। ਆਕਜ਼ੈਲਿਕ ਐਸਿਡ ਦੀ ਮੇਜਰ ਪ੍ਰਪੋਰਸ਼ਨ ਹੈ ਜਿਹੜੀ ਕਿਹਦੇ ਵਿੱਚ ਪਾਇਆ ਜਾਂਦਾ ਗਾ ਟਮਾਟੋਜ਼ ਦੇ ਵਿੱਚ, ਠੀਕ ਹੈ, ਪਲਾਂਟਸ ਦੇ ਵਿੱਚ ਹੁੰਦਾ ਹੈ ਆਕਜ਼ੈਲਿਕ ਐਸਿਡ, ਠੀਕ ਹੈ ਜੀ, ਟੋਮੈਟੋਜ਼ ਦੇ ਵਿੱਚ। ਤਾਂ ਹੀ ਤਾਂ ਜਦੋਂ ਡਾਕਟਰ ਕੀ ਕਹਿ ਦਿੰਦੇ ਨੇ ਕਿਸੇ ਨੂੰ ਕਿਡਨੀ ਸਟੋਨ ਹੋ ਜਾਂਦਾ ਗਾ ਤਾਂ ਉਹਨੂੰ ਕੀ ਹੈ ਟਮਾਟਰ ਵਗੈਰਾ ਖਾਣ ਤੋਂ ਕੀ ਹੈ ਉਹਨੂੰ ਪ੍ਰੋਹਿਬਿਟ ਕੀਤਾ ਜਾਂਦਾ, ਮਨਾ ਕੀਤਾ ਜਾਂਦਾ, ਕਿਉਂਕਿ ਇਹਦੇ ਵਿੱਚ ਮੇਜਰ ਅਮਾਊਂਟ ਦੇ ਵਿੱਚ ਆਕਜ਼ੈਲਿਕ ਐਸਿਡ ਹੁੰਦਾ ਗਾ, ਠੀਕ ਹੈ ਜੀ, ਜਿਹੜਾ ਕਿਡਨੀ ਸਟੋਨ ਦੀ ਫੋਰਮੇਸ਼ਨ ਦੇ ਵਿੱਚ, ਠੀਕ ਹੈ ਜੀ, ਮੇਜਰ ਰੋਲ ਪਲੇ ਕਰਦਾ, ਉਹ ਕੀ ਹੁੰਦਾ ਆਕਜ਼ੈਲਿਕ ਐਸਿਡ, ਠੀਕ ਹੈ ਜੀ। ਆਕਜ਼ੈਲਿਕ ਐਸਿਡ ਕੀ 'ਚ ਹੁੰਦਾ ਟਮਾਟੋਜ਼ ਦੇ ਵਿੱਚ। ਇਹ ਯਾਦ ਰੱਖਣੇ ਨੇ ਤੁਸੀਂ ਸਾਰੇ ਪੁਆਇੰਟ ਇਹ, ਠੀਕ ਹੈ ਜੀ। ਅਤੇ ਅੱਗੇ ਨੈਕਸਟ ਪੁਆਇੰਟ ਆ ਗਿਆ ਆਪਣਾ ਬੇਸਿਸ ਕੀ ਹੁੰਦੇ ਨੇ, ਜਿਵੇਂ ਸਿੰਪਲ ਬੇਸ ਆ ਗਿਆ ਇੱਕ ਸਭ ਤੋਂ ਜਿਹੜਾ ਸਟਰੋਂਗ ਬੇਸ ਸੋਡੀਅਮ ਹਾਈਡਰੋਕਸਾਈਡ NaOH, ਸੋਡੀਅਮ ਹਾਈਡਰੋਕਸਾਈਡ ਸੋਪਸ, ਸਾਬਣਾਂ ਦੇ ਵਿੱਚ, ਠੀਕ ਹੈ, ਕਲੀਨਿੰਗ ਏਜੰਟ ਦੇ ਲਈ ਯੂਜ਼ ਕੀਤੇ ਜਾਂਦੇ ਨੇ ਬੇਸਿਸ। ਪਹਿਲਾਂ ਪੜ੍ਹ ਚੁੱਕੇ ਹਾਂ ਬੇਸਿਸ ਹੁੰਦੇ ਕੀ ਨੇ, ਜਿਹੜੇ OH ਆਇਨ ਦਿੰਦੇ ਨੇ, ਠੀਕ ਹੈ, ਸੋਲਿਊਸ਼ਨ ਦੇ ਵਿੱਚ, ਉਹ ਕੀ ਹੁੰਦੇ ਨੇ ਬੇਸਿਸ ਹੁੰਦੇ ਨੇਗੇ। ਅਤੇ ਇੱਕ ਇਹ ਇੰਪੋਰਟੈਂਟ ਦੇਖੋ ਦੋ, ਸੋਡੀਅਮ ਕਾਰਬੋਨੇਟ NaCO3 ਜਾਂ Na2CO3, ਬਾਥ ਸਾਲਟ ਹੋ ਗਿਆ ਆਪਣੇ ਟੁੱਥਪੇਸਟ ਦੇ ਵਿੱਚ ਯੂਜ਼ ਹੁੰਦਾ ਗਾ ਇਹ। ਅਤੇ ਬੇਕਿੰਗ ਸੋਡੇ ਲਈ ਕਿਹੜਾ ਹੁੰਦਾ NaHCO3, ਸੋਡੀਅਮ ਬਾਈਕਾਰਬੋਨੇਟ ਕਹਿ ਦਿੰਦੇ ਨੇ ਇਹਨੂੰ, ਸੋਡੀਅਮ ਕਾਰਬੋਨੇਟ, ਇਹਨੂੰ ਜਦੋਂ H ਯੂਜ਼ ਹੋ ਗਈ ਵਿੱਚ ਸੋਡੀਅਮ ਬਾਈਕਾਰਬੋਨੇਟ, ਬੇਕਿੰਗ ਸੋਡਾ, ਠੀਕ ਹੈ ਜੀ। ਅਤੇ ਲਾਸਟ ਆ ਗਿਆ, ਇਹ ਵੀ ਪਹਿਲਾਂ ਪ੍ਰੀਵੀਅਸ ਈਅਰ ਬਣ ਚੁੱਕਿਆ ਕੁਐਸਚਨ, ਫੂਡ ਪ੍ਰੈਜ਼ਰਵੇਟਿਵ ਦੇ ਤੌਰ ਦੇ ਉੱਤੇ, ਫੂਡ ਨੂੰ ਜਾਣੀ ਕਿ ਲੌਂਗ ਉਹਦੀ ਸੈਲਫ ਲਾਈਫ ਲੰਬੇ ਟਾਈਮ ਦੇ ਲਈ ਜਿਵੇਂ ਸਟੋਰਾਂ ਦੇ ਵਿੱਚ ਪ੍ਰੀਜ਼ਰਵ ਕਰਕੇ ਰੱਖਿਆ ਜਾਂਦਾ ਫੂਡ ਨੂੰ ਬਾਕਸਿਸ ਦੇ ਵਿੱਚ ਭਰ ਕੇ, ਠੀਕ ਹੈ, ਨਹੀਂ ਤਾਂ ਉਹ ਖਰਾਬ ਹੋ ਜੇ, ਬਟ ਉਹਨਾਂ ਦੀ ਲੌਂਗ ਲਾਈਫ ਦੇ ਲਈ, ਲੌਂਗ ਸ਼ੈਲਫ ਲਾਈਫ ਦੇ ਲਈ ਉਹਨਾਂ ਦੇ ਵਿੱਚ ਇੱਕ ਕੈਮੀਕਲ ਯੂਜ਼ ਕੀਤਾ ਜਾਂਦਾ ਗਾ ਤਾਂ ਕਿ ਉਹਨਾਂ ਨੂੰ ਜ਼ਿਆਦਾ ਸਮੇਂ ਤੱਕ ਕੀ ਆ ਕੰਜ਼ਿਊਮ ਕਰਨ ਦੇ ਲਈ ਯੂਜ਼ ਕੀਤਾ ਜਾ ਸਕੇ। ਤਾਂ ਉੱਥੇ ਕਿਹੜਾ ਯੂਜ਼ ਕੀਤਾ ਜਾਂਦਾ ਐਸਿਡ ਬੈਂਜੋਇਕ ਐਸਿਡ, ਠੀਕ ਹੈ ਜੀ,
ਬੈਂਜੋਇਕ ਐਸਿਡ ਯੂਜ਼ ਕੀਤਾ ਜਾਂਦਾ ਐਜ਼ ਅ ਫੂਡ ਪ੍ਰੈਜ਼ਰਵੇਟਿਵ, ਫੂਡ ਨੂੰ ਪ੍ਰੀਜ਼ਰਵ ਕਰਕੇ ਰੱਖਣ ਦੇ ਲਈ ਲੌਂਗ ਟਾਈਮ ਦੇ ਲਈ। ਫਰਦਰ ਆ ਗਿਆ ਇੱਕ ਇਹ ਰਿਐਕਸ਼ਨ ਆ ਜਾਂਦੀ ਹੈਗੀ, ਠੀਕ ਹੈ ਜੀ। 3-4 ਰਿਐਕਸ਼ਨਾਂ ਆਪਸ਼ਨ ਦੇ ਵਿੱਚ ਦੇ ਦਿੰਦੇ ਨੇ, ਉਹਨਾਂ 'ਚੋਂ ਫਾਈਂਡ ਆਊਟ ਕਰਨੀ ਹੁੰਦੀ ਹੈ ਸਹੀ ਰਿਐਕਸ਼ਨ ਕਿਹੜੀ ਹੈਗੀ। ਜਦੋਂ ਕੋਈ ਐਸਿਡ ਜਾਂ ਬੇਸ ਰਿਐਕਟ ਕਰਦੇ ਨੇ ਤਾਂ ਉਹ ਕੀ ਬਣਾਉਂਦੇ ਨੇ, ਸਾਲਟ ਪਲੱਸ ਵਾਟਰ ਫੋਰਮੇਸ਼ਨ ਹੁੰਦੀ ਹੈਗੀ ਪਲੱਸ ਹੀਟ ਇਵੋਲਵ ਹੁੰਦੀ ਹੈਗੀ। ਐਸਿਡ ਅਤੇ ਬੇਸ ਰਿਐਕਟ ਕਰਕੇ ਕੀ ਬਣਾਉਂਦੇ ਨੇ, ਸਾਲਟ ਪਲੱਸ ਵਾਟਰ ਪਲੱਸ ਹੀਟ ਇਵੋਲਵ ਹੁੰਦੀ ਹੈ, ਮਤਲਬ ਕਿ ਹੀਟ ਨਿਕਲਦੀ ਹੈ। ਇਹ ਦੋ ਤਰ੍ਹਾਂ ਦੀਆਂ ਰਿਐਕਸ਼ਨਾਂ ਹੁੰਦੀਆਂ, ਦੇਖੋ ਇੱਕ ਤਾਂ ਐਗਜ਼ੋਥਰਮਿਕ ਰਿਐਕਸ਼ਨ ਹੁੰਦੀ ਹੈ, ਇੱਕ ਹੁੰਦੀ ਹੈਗੀ ਐਂਡੋਥਰਮਿਕ ਰਿਐਕਸ਼ਨ, ਠੀਕ ਹੈ ਜੀ। ਐਗਜ਼ੋ ਦਾ ਮਤਲਬ ਜਦੋਂ ਹੀਟ ਰਿਲੀਜ਼ ਹੁੰਦੀ ਹੈਗੀ, ਕੋਈ ਰਿਐਕਸ਼ਨ ਹੋ ਗਈ ਉਸ ਤੋਂ ਬਾਅਦ ਹੀਟ ਵੀ ਰਿਲੀਜ਼ ਹੋਈ ਨਾਲ, ਇਹਦਾ ਮਤਲਬ ਉਹ ਰਿਐਕਸ਼ਨ ਕੀ ਹੈ, ਐਗਜ਼ੋਥਰਮਿਕ। ਅਤੇ ਜਦੋਂ ਕੋਈ ਹੀਟ ਦੇਣੀ ਪੈਂਦੀ ਹੈ, ਰਿਐਕਸ਼ਨ ਹੀਟ ਕੰਜ਼ਿਊਮ ਕਰਦੀ ਹੈ, ਕੋਈ ਰਿਐਕਸ਼ਨ ਨੂੰ ਹੋਣ ਦੇ ਲਈ ਹੀਟ ਪ੍ਰੋਵਾਈਡ ਕਰਵਾਉਣੀ ਪੈਂਦੀ ਹੈਗੀ, ਠੀਕ ਹੈ, ਤਾਂ ਉਹ ਕੀ ਹੁੰਦੀ ਹੈ, ਹੀਟ ਅੰਦਰ ਲੈ ਰਹੀ ਹੈਗੀ, ਹੀਟ ਲੈ ਰਹੀ ਹੈ ਤਾਂ ਐਂਡੋਥਰਮਿਕ ਰਿਐਕਸ਼ਨ ਹੋ ਗਈ, ਠੀਕ ਹੈ। ਹੀਟ ਇਨਹੇਲ ਕਰ ਰਹੀ, ਅੰਦਰ ਹੀਟ ਦੇ ਰਹੇ ਹਾਂ ਉਹਨੂੰ, ਐਂਡੋ ਮਤਲਬ ਅੰਦਰ, ਠੀਕ ਹੈ ਜੀ। ਜਦੋਂ ਹੀਟ ਦੇਣੀ ਪੈ ਰਹੀ ਹੈ ਤਾਂ ਐਂਡੋਥਰਮਿਕ ਰਿਐਕਸ਼ਨ, ਜਦੋਂ ਹੀਟ ਰਿਲੀਜ਼ ਹੋ ਰਹੀ ਹੈ ਤਾਂ ਐਗਜ਼ੋਥਰਮਿਕ ਰਿਐਕਸ਼ਨ, ਠੀਕ ਹੈ ਜੀ। ਤਾਂ ਐਸਿਡ ਪਲੱਸ ਬੇਸ, ਜਦੋਂ ਕੋਈ ਐਸਿਡ ਮੰਨ ਲਓ ਕੋਈ ਵੀ ਐਸਿਡ ਲੈ ਲਓ, ਠੀਕ ਹੈ, HCl, ਬੇਸ ਲੈ ਲਓ NaOH, ਠੀਕ ਹੈ, ਦੋਨੋਂ ਜਦੋਂ ਰਿਐਕਟ ਕਰਦੇ ਨੇ ਤਾਂ ਆਪਣੇ ਕੋਲ ਸਾਲਟ ਬਣਦਾ ਗਾ, ਠੀਕ ਹੈ ਜੀ। ਅਤੇ ਇੱਕ ਵਾਟਰ ਪ੍ਰੋਡਿਊਸ ਹੁੰਦਾ ਗਾ, ਠੀਕ ਹੈ, ਅਤੇ ਹੀਟ ਰਿਲੀਜ਼ ਹੋ ਰਹੀ ਹੈ ਨਾ, ਇਹਦਾ ਮਤਲਬ ਕਿ ਹੀਟ ਰਿਲੀਜ਼ ਹੋ ਰਹੀ ਹੈ ਤਾਂ ਐਗਜ਼ੋਥਰਮਿਕ ਰਿਐਕਸ਼ਨ ਹੈ, ਐਸਿਡ ਪਲੱਸ ਬੇਸ ਜਦੋਂ ਮਿਲਦੇ ਨੇ, ਠੀਕ ਹੈ ਜੀ। ਅਤੇ ਇੱਕ ਬਲੂ ਵਿਟਰੋਲ ਦਾ ਫਾਰਮੂਲਾ ਯਾਦ ਰੱਖਣਾ ਤੁਸੀਂ ਨੇ, ਪਹਿਲਾਂ ਵੀ ਪੁੱਛਿਆ ਜਾ ਚੁੱਕਿਆ ਕੁਐਸਚਨਸ ਦੇ ਵਿੱਚ, ਠੀਕ ਹੈ ਜੀ। ਬਲੂ ਵਿਟਰੋਲ ਦਾ ਫਾਰਮੂਲਾ ਕੀ ਹੁੰਦਾ, ਕਾਪਰ ਸਲਫੇਟ CuSO4, ਠੀਕ ਹੈ ਜੀ, CuSO4, ਠੀਕ ਹੈ। ਕਾਪਰ ਸਲਫੇਟ ਦਾ ਫਾਰਮੂਲਾ ਹੁੰਦਾ, ਬਲੂ ਵਿਟਰੋਲ ਕਹਿੰਦੇ ਨੇ ਇਹਨੂੰ। ਅਤੇ ਸਲਿਊਬਲ ਹੁੰਦਾ ਵਾਟਰ ਦੇ ਵਿੱਚ, ਇਹ ਵੀ ਆਪਸ਼ਨਾਂ ਦੇ ਵਿੱਚ ਦੇ ਦਿੰਦੇ ਨੇ, ਸਲਿਊਬਲ ਆ, ਪਾਰਸਲੀ ਸਲਿਊਬਲ ਆ, ਨੋ ਸਲਿਊਬਲ ਹੈਗਾ ਜਾਂ ਨਨ ਆਫ ਅਬਵ, ਇਸ ਤਰ੍ਹਾਂ ਕਰਕੇ ਕੁਐਸਚਨ ਦੀ ਆਪਸ਼ਨਾਂ ਬਣਾ ਦੇਣਗੇ। ਬਲੂ ਵਿਟਰੋਲ ਦਾ ਜਾਂ ਫਾਰਮੂਲਾ ਪੁੱਛ ਲੈਣਗੇ ਜਾਂ ਦੱਸ ਦੇਣਗੇ ਕਿ ਉਹਦੀ ਕੀ ਪ੍ਰੋਪਰਟੀ ਕੀ ਹੈਗੀ, ਸਲਿਊਬਲ ਹੈ, ਨੋਨ ਸਲਿਊਬਲ ਹੈ, ਠੀਕ ਹੈ, ਪਾਰਸਲੀ ਸਲਿਊਬਲ ਹੈ, ਤਾਂ ਸਲਿਊਬਲ ਹੁੰਦਾ ਵਾਟਰ ਦੇ ਵਿੱਚ। ਨੈਕਸਟ ਕੀ ਆ ਗਿਆ, ਇਹ ਦੋਨੋਂ ਕੀ ਹੈ, ਇਕੱਠੇ ਯਾਦ ਕਰਨੇ ਨੇ, ਇਹ ਵੀ ਇੰਪੋਰਟੈਂਟ ਨੇਗੇ, ਪਹਿਲਾਂ ਵੀ ਆ ਚੁੱਕਿਆ ਪ੍ਰੀਵੀਅਸ ਈਅਰ ਦੇ ਵਿੱਚ। ਇਹ ਜਿਮਸਮ ਦਾ ਫਾਰਮੂਲਾ ਕੀ ਹੁੰਦਾ ਗਾ, ਕਾਪਰ ਸਲਫੇਟ, ਇਹ ਤਾਂ ਦੇਖੋ ਇਹ ਦੋਨੋਂ ਨੂੰ ਇਕੱਠੇ ਹੀ ਪੜ੍ਹੋ ਤੁਸੀਂ, ਜਿਮਸਮ ਪਲੱਸ POP। ਜਿਮਸਮ ਕੀ ਹੁੰਦਾ, ਦੋਨਾਂ ਦੇ ਵਿੱਚ ਦੇਖੋ ਕੈਲਸ਼ੀਅਮ ਸਲਫੇਟ ਹੁੰਦਾ, CaSO4, ਦੋਨਾਂ ਦੇ ਵਿੱਚ ਕੈਲਸ਼ੀਅਮ ਸਲਫੇਟ ਹੈ। ਜਿਮਸਮ ਦੇ ਵਿੱਚ ਹੁੰਦਾ ਕੈਲਸ਼ੀਅਮ ਸਲਫੇਟ ਪਲੱਸ ਨਾਲ 2 ਮੋਲੀਕਿਊਲ ਕੀ ਹੁੰਦੇ ਨੇ, ਵਾਟਰ ਦੇ ਹੁੰਦੇ ਨੇ, 2 ਮੋਲੀਕਿਊਲ ਵਾਟਰ ਦੇ। ਜਿਮਸਮ ਤੋਂ ਹੀ POP ਬਣਦੀ ਹੈ, ਜਿਹੜੀ ਆਪਾਂ ਯੂਜ਼ ਕਰਦੇ ਹਾਂ ਜਿਵੇਂ ਛੱਤਾਂ ਦੇ ਵਿੱਚ, ਠੀਕ ਹੈ, POP ਕਰਨ ਦੇ ਲਈ। POP ਦਾ ਫੁੱਲ ਫਾਰਮ ਕੀ ਹੁੰਦੀ ਹੈ, ਪਲਾਸਟਰ ਆਫ ਪੈਰਿਸ, ਠੀਕ ਹੈ ਜੀ। ਅਤੇ ਜਦੋਂ ਜਿਮਸਮ ਨੂੰ ਆਪਾਂ ਹੀਟ ਕਰ ਦਿੰਦੇ ਹਾਂ 100 ਡਿਗਰੀ ਸੈਲਸੀਅਸ ਦੇ ਉੱਤੇ ਤਾਂ POP ਬਣ ਜਾਂਦੀ ਹੈਗੀ। ਤਾਂ ਹੀਟ ਕਰਦੇ ਹਾਂ ਇਹਦਾ ਮਤਲਬ ਕਿ ਪਾਣੀ ਗਿਆ, ਡੀਹਾਈਡਰੇਟ ਹੋ ਗਿਆ ਉਹ, ਤਾਂ ਇੱਥੋਂ ਪਾਣੀ ਦੀ ਕੀ ਆ, ਹਾਫ ਕੁਆਂਟਿਟੀ ਰਹਿ ਜਾਂਦੀ, ਉਹਦੇ 2 ਹੈਗੀ, ਉਹਦੇ ਹਾਫ ਰਹਿ ਜਾਂਦੀ ਹੈਗੀ, ਠੀਕ ਹੈ ਜੀ। ਜਿਮਸਮ ਦਾ ਫਾਰਮੂਲਾ ਹੁੰਦਾ ਕੈਲਸ਼ੀਅਮ ਸਲਫੇਟ ਨਾਲ 2 ਮੋਲੀਕਿਊਲ ਵਾਟਰ ਦੇ, ਅਤੇ POP ਦਾ ਫਾਰਮੂਲਾ ਹੁੰਦਾ ਕੈਲਸ਼ੀਅਮ ਸਲਫੇਟ ਨਾਲ ਹਾਫ ਮੋਲੀਕਿਊਲ ਵਾਟਰ ਦੇ। ਆਹ ਹਾਫ ਨੂੰ ਕਈ ਵਾਰ ਕੀ ਲਿਖ ਦਿੰਦੇ ਨੇ ਉੱਥੇ, ਕੈਲਸ਼ੀਅਮ ਸਲਫੇਟ ਤਾਂ ਲਿਖਤਾ, ਨਾਲ ਕੀ ਆ ਪੁਆਇੰਟ ਪਾ ਦਿੰਦੇ ਨੇ, ਇਸ ਤਰ੍ਹਾਂ ਲਿਖ ਦਿੰਦੇ ਨੇ 0.5 H2O ਲਿਖ ਦਿੰਦੇ, ਉੱਥੇ ਕਨਫਿਊਜ਼ ਨਹੀਂ ਹੋਣਾ, ਠੀਕ ਹੈ ਜੀ। ਜਿਮਸਮ ਅਤੇ POP ਦੇ ਫਾਰਮੂਲੇ, ਠੀਕ ਹੈ ਜੀ। ਬਰਾਈਨ ਸੋਲਿਊਸ਼ਨ ਕਿਹੜਾ ਹੁੰਦਾ ਗਾ, ਇਹ ਵੀ ਕੁਐਸਚਨ ਬਣ ਚੁੱਕਿਆ ਪਹਿਲਾਂ। ਬਰਾਈਨ ਸੋਲਿਊਸ਼ਨ ਕਿਹੜਾ ਹੁੰਦਾ ਜੀ, ਸੋਡੀਅਮ ਕਲੋਰਾਈਡ, ਜਿਹੜਾ ਆਪਾਂ ਘਰਾਂ 'ਚ ਨਮਕ ਯੂਜ਼ ਕਰਦੇ ਹੈਗੇ, ਐਕੁਅਸ ਸੋਲਿਊਸ਼ਨ ਆਫ ਸੋਡੀਅਮ ਕਲੋਰਾਈਡ, ਉਹਨੂੰ ਕੀ ਕਹਿ ਦਿੰਦੇ ਨੇ, ਬਰਾਈਨ ਸੋਲਿਊਸ਼ਨ ਕਹਿ ਦਿੰਦੇ ਨੇ, ਠੀਕ ਹੈ ਜੀ। ਅਤੇ ਨੈਕਸਟ ਕੁਐਸਚਨ ਆ ਗਿਆ, ਐਸਿਡ ਅਤੇ ਮੈਟਲ ਜਦੋਂ ਰਿਐਕਟ ਕਰਦੇ ਨੇ ਕਿਹੜੀ ਗੈਸ ਪ੍ਰੋਡਿਊਸ ਹੁੰਦੀ ਹੈਗੀ, ਹਾਈਡਰੋਜਨ ਗੈਸ। ਇਹਦਾ ਕੋਈ ਐਗਜਾਮਪਲ ਲੈ ਲੈਂਦੇ ਹਾਂ, ਮੰਨ ਲਓ ਆਪਾਂ ਕੋਈ ਮੈਟਲ ਲੈ ਲਈ, ਜਿੰਕ ਮੈਟਲ ਲੈ ਲਈ ਮੰਨ ਲਓ ਆਪਾਂ ਸੋਲਿਡ ਫਾਰਮ ਦੇ ਵਿੱਚ, ਪਲੱਸ ਕੋਈ ਐਸਿਡ ਲੈ ਲਿਆ ਆਪਾਂ ਨੇ, HCl ਪਾਤਾ ਮੰਨ ਲਓ 2 ਮੋਲੀਕਿਊਲਸ, ਤਾਂ ਸਾਲਟ ਬਣ ਗਿਆ। ਔਰ ਆਪਣੇ ਕੋਲ ਕਿਹੜਾ ਬਣ ਗਿਆ, ਜਿੰਕ ਕਲੋਰਾਈਡ ਜੀ, ਪਲੱਸ H2 ਗੈਸ ਇਵੋਲਵ ਹੋ ਗਈ, ਠੀਕ ਹੈ ਜੀ। ਤਾਂ ਇਹਦਾ ਮਤਲਬ ਜਦੋਂ ਐਸਿਡ ਅਤੇ ਮੈਟਲ ਰਿਐਕਟ ਕਰਦੇ ਨੇ ਤਾਂ ਹਾਈਡਰੋਜਨ ਗੈਸ ਇਵੋਲਵ ਹੁੰਦੀ ਹੈ, ਠੀਕ ਹੈ ਜੀ। ਅਤੇ ਨੈਕਸਟ ਆ ਗਿਆ ਐਕੁਆਰੀਜੀਆ, ਇਹ ਵੀ ਆ ਚੁੱਕਿਆ ਪਹਿਲਾ ਕੁਐਸਚਨ ਇੰਪੋਰਟੈਂਟ, ਠੀਕ ਹੈ ਜੀ। ਐਕੁਆਰੀਜੀਆ ਦਾ ਕੈਮੀਕਲ ਫਾਰਮੂਲਾ ਪੁੱਛ ਲੈਂਦੇ ਨੇ ਜਾਂ ਪ੍ਰਪੋਰਸ਼ਨ ਪੁੱਛ ਲੈਂਦੇ ਨੇ। ਹੁੰਦਾ ਕੀ ਹੈ ਐਕੁਆਰੀਜੀਆ, ਮਿਕਸਚਰ ਹੁੰਦਾ ਕੌਨਸਨਟ੍ਰੇਟਡ ਐਸਿਡਸ ਦਾ। ਕਿੱਥੇ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਗੋਲਡ ਪਲੇਟਿੰਗ ਵਗੈਰਾ ਜਦੋਂ ਕਰਦੇ ਹਾਂਗੇ ਆਪਾਂ, ਕਿਸੇ ਤਰ੍ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਪ੍ਰੀਸ਼ੀਅਸ ਮੈਟਲਸ ਨੂੰ, ਠੀਕ ਹੈ ਜੀ, ਉਹਨਾਂ ਦੀ ਗੋਲਡ ਪਲੇਟਿੰਗ ਕਰਨ ਦੇ ਲਈ ਯੂਜ਼ ਕਰਦੇ ਹੈਗੇ। ਤਾਂ ਇਹਦਾ ਮੇਨ ਆਹ ਚੀਜ਼ ਯਾਦ ਰੱਖਣੀ ਹੈ ਤੁਸੀਂ, ਠੀਕ ਹੈ ਜੀ। ਪ੍ਰਪੋਰਸ਼ਨ ਯਾਦ ਰੱਖਣੀ ਹੈਗੀ। ਇਹਦੇ ਵਿੱਚ ਕੌਨਸਨਟ੍ਰੇਟਡ ਕੀ ਹੁੰਦੇ ਨੇ, ਐਸਿਡ ਹੁੰਦੇ ਨੇਗੇ, ਨਾਈਟ੍ਰਿਕ ਐਸਿਡ HNO3 ਨਾਈਟ੍ਰਿਕ ਐਸਿਡ ਪਲੱਸ HCl ਹਾਈਡਰੋਜਨ ਕਲੋਰਾਈਡ HCl, ਅਤੇ 1:3 ਦੀ ਪ੍ਰਪੋਰਸ਼ਨ 'ਚ ਹੁੰਦੇ ਨੇ, 1:3 ਦੀ ਪ੍ਰਪੋਰਸ਼ਨ 'ਚ ਹੁੰਦੇ ਨੇਗੇ। HNO3 1 ਪਲੱਸ 3 ਮੋਲੀਕਿਊਲ ਕੀ ਹੁੰਦੇ ਨੇ, HCl ਦੇ, ਠੀਕ ਹੈ ਜੀ। ਨਾਈਟ੍ਰਿਕ ਐਸਿਡ ਅਤੇ HCl ਦੇ ਪ੍ਰਪੋਰਸ਼ਨ ਨੂੰ ਐਕੁਆਰੀਜੀਆ ਦਾ ਮਿਕਸਚਰ ਕਹਿ ਦਿੰਦੇ ਨੇ, ਠੀਕ ਹੈ ਜੀ। ਵੈਰੀ ਵੈਰੀ ਇੰਪੋਰਟੈਂਟ, ਪਹਿਲਾਂ ਇਹ 2-3 ਵਾਰ ਰਿਪੀਟ ਹੋ ਚੁੱਕਿਆ ਕੁਐਸਚਨ।
ਤੇ ਐਸਿਡ ਪ੍ਰੈਜੈਂਟ ਇਨ ਫੈਟਸ, ਆਪਾਂ ਨੇ ਫੈਟ ਕੱਲ੍ਹ ਵੀ ਪੜ੍ਹਿਆ, ਲਿਪਿਡਸ ਨੂੰ ਹੀ ਫੈਟ ਕਹਿ ਦਿੰਦੇ ਨੇ, ਠੀਕ ਹੈ ਜੀ। ਉਹਨਾਂ ਦੇ ਵਿੱਚ ਕਿਹੜਾ ਐਸਿਡ ਪ੍ਰੈਜੈਂਟ ਹੁੰਦਾ ਗਾ, ਇਹ ਵੀ ਪ੍ਰੀਵੀਅਸ ਈਅਰ ਦਾ ਕੁਐਸਚਨ ਹੈ ਜੀ। ਸਟੀਰਿਕ ਐਸਿਡ ਪ੍ਰੈਜੈਂਟ ਹੁੰਦਾ, ਕਿਹੜਾ ਐਸਿਡ ਪ੍ਰੈਜੈਂਟ ਹੁੰਦਾ, ਸਟੀਰਿਕ ਐਸਿਡ ਪ੍ਰੈਜੈਂਟ ਹੁੰਦਾ ਗਾ, ਠੀਕ ਹੈ ਜੀ। ਤੇ ਸਾਲਟ ਦੀ ਸਿੰਪਲ ਡੈਫੀਨੇਸ਼ਨ ਦੇਖੋ ਤੁਸੀਂ, ਸਾਲਟ ਹੁੰਦਾ ਕੀ ਹੈ, ਐਸਿਡ ਪੜ੍ਹ ਲਿਆ ਆਪਾਂ ਨੇ, ਬੇਸ ਪੜ੍ਹ ਲਿਆ, ਸਾਲਟ ਕੀ ਹੁੰਦਾ ਗਾ, ਇੱਕ ਤਰ੍ਹਾਂ ਦਾ ਆਇਨਿਕ, ਜਦੋਂ ਦੋ ਆਪੋਜਿਟਲੀ ਆਇਨਸ, ਪੋਜ਼ੀਟਿਵ ਆਇਨ ਜਿਵੇਂ NaCl ਲੈ ਲਓ, ਨਮਕ ਲੈ ਲਓ, ਸਾਲਟ ਹੈਗਾ, ਠੀਕ ਹੈ। ਇਹ ਦੋ ਆਪੋਜਿਟ ਆਇਨ ਨੇਗੇ, ਸੋਡੀਅਮ ਪੋਜ਼ੀਟਿਵ, ਕਲੋਰੀਨ ਹੈ, ਜਦੋਂ ਆਪੋਜਿਟ ਆਇਨ ਨੇ ਆਪਸ ਦੇ ਵਿੱਚ ਸਟੇਬਲ ਕੰਡੀਸ਼ਨ ਦੇ ਵਿੱਚ ਮਿਲ ਕੇ ਰਹਿੰਦੇ ਨੇ ਤਾਂ ਕੀ ਹੈ, ਸਾਲਟ ਦੀ ਫੋਰਮੇਸ਼ਨ ਕਰਦੇ ਨੇ, ਠੀਕ ਹੈ ਜੀ। ਆਪਾਂ ਨੇ ਪਹਿਲਾਂ ਵੀ ਪੜ੍ਹਿਆ ਇਹ ਬਣਦਾ ਕਿੱਥੋਂ ਸਾਲਟ ਬਣਦਾ ਗਾ ਐਸਿਡ ਪਲਸ ਬੇਸ, ਜਦੋਂ ਰਿਐਕਟ ਕਰਦੇ ਨੇਗੇ ਦੋ, ਠੀਕ ਹੈ। ਐਸਿਡ ਪਲਸ ਬੇਸ ਆਪਸ ਦੇ ਵਿੱਚ ਰਿਐਕਟ ਕਰਕੇ ਸਾਲਟ ਦੀ ਫੋਰਮੇਸ਼ਨ ਕਰਦੇ ਨੇ, ਸਟੇਬਲ ਸਪੀਸੀਜ਼ ਕ੍ਰੀਏਟ ਕਰਦੇ ਨੇ ਇੱਕ, ਠੀਕ ਹੈ। ਜਿਵੇਂ ਆਪਾਂ ਉੱਪਰ ਪੜ੍ਹਿਆ ਸੀਗਾ, ਇੱਕ ਐਸਿਡ ਅਤੇ ਬੇਸ ਫੋਰਮ ਕਰਕੇ ਕੀ ਬਣਾਉਂਦੇ ਨੇ, ਸਾਲਟ, ਵਾਟਰ ਅਤੇ ਹੀਟ ਇਵੋਲਵ ਕਰਦੇ ਆ, ਐਗਜ਼ੋਥਰਮਿਕ ਰਿਐਕਸ਼ਨ ਹੁੰਦੀ ਹੈ, ਠੀਕ ਹੈ ਜੀ। ਸਾਲਟ ਕੀ ਹੁੰਦੇ ਨੇ, ਦੋ ਸਪੀਸੀਜ਼ ਹੁੰਦੀਆਂ ਨੇ, ਆਪੋਜ਼ਿਟ ਸਪੀਸੀਜ਼, ਇੱਕ ਪੋਜ਼ੀਟਿਵ ਚਾਰਜ ਕੈਰੀ ਕਰਦੀ ਹੈ, ਇੱਕ ਨੈਗੇਟਿਵ ਚਾਰਜ ਕੈਰੀ ਕਰਦੀ ਹੈ, ਦੋਨੋਂ ਸਟੇਬਲ ਕੰਡੀਸ਼ਨ 'ਚ ਜਦੋਂ ਰਹਿੰਦੀਆਂ ਨੇ ਤਾਂ ਉਹ ਸਾਲਟ ਫੋਰਮੇਸ਼ਨ ਹੁੰਦੀ ਹੈਗੀ। ਨੈਕਸਟ ਕੁਐਸਚਨ ਹੈ ਆਪਣਾ, ਇਹ ਦੁਬਾਰਾ ਆ ਗਿਆ ਉਹੀ, ਵੈਨ ਮੈਟਲਸ ਰਿਐਕਟ ਵਿਦ ਐਸਿਡ ਕਿਹੜੀ ਗੈਸ ਪ੍ਰੋਡਿਊਸ ਹੁੰਦੀ ਹੈਗੀ, ਹਾਈਡਰੋਜਨ ਗੈਸ, ਠੀਕ ਹੈ ਜੀ। pH ਦਾ ਕਨਸੈਪਟ ਕੀ ਹੈਗਾ, pH ਦੀ ਡੈਫੀਨੇਸ਼ਨ ਕੀ ਹੈਗੀ, ਆਪਾਂ ਦੇਖਦੇ ਹਾਂ pH ਨੂੰ, ਨੈਗੇਟਿਵ ਲੋਗਰੈਥਮਿਕ ਆਫ ਹਾਈਡਰੋਜਨ ਆਇਨ ਕੌਨਸਨਟ੍ਰੇਸ਼ਨ ਕੀ ਹੁੰਦੀ ਹੈਗੀ। pH ਦਾ ਮਤਲਬ ਕੀ ਹੁੰਦਾ ਕਿ pH ਦਾ ਆਪਾਂ ਕਿਉਂ pH ਸਕੇਲ ਪਹਿਲਾਂ ਆਪਾਂ ਦੇਖਿਆ ਹੈਗਾ, pH ਕਾਹਦੇ ਲਈ ਯੂਜ਼ ਕਰਦੇ ਹਾਂ ਕਿ ਜਿਹੜਾ ਆਪਾਂ ਸੋਲਿਊਸ਼ਨ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਹਾਈਡਰੋਜਨ ਦੀ ਜਿਹੜੀ ਕੌਨਸਨਟ੍ਰੇਸ਼ਨ ਕਿੰਨੀ ਆ, ਹਾਈਡਰੋਜਨ ਆਇਨਸ ਦੀ ਕੌਨਸਨਟ੍ਰੇਸ਼ਨ ਉਹ ਸੋਲਿਊਸ਼ਨ ਦੇ ਵਿੱਚ ਕਿੰਨੀ ਕੌਨਸਨਟ੍ਰੇਸ਼ਨ ਆ, pH ਉਹਦੇ ਲਈ ਯੂਜ਼ ਕੀਤੀ ਜਾਂਦੀ ਹੈਗੀ, ਠੀਕ ਹੈ। pH ਨੂੰ ਕਿਵੇਂ ਆਪਾਂ ਮੈਂਸ਼ਨ ਕਰ ਦਿੰਦੇ ਹਾਂ, ਨੈਗੇਟਿਵ ਲੌਗ ਆਫ ਹਾਈਡਰੋਜਨ ਆਇਨ ਦੇਖ ਦਿੰਦੇ ਹਾਂ ਆਪਾਂ, ਸੋਲਿਊਸ਼ਨ ਦੇ ਵਿੱਚ ਹਾਈਡਰੋਜਨ ਆਇਨ ਦੀ ਕੌਨਸਨਟ੍ਰੇਸ਼ਨ ਕਿੰਨੀ ਆ, ਜਿਹਦੇ ਤੋਂ ਆਪਾਂ ਇਹ ਪਤਾ ਲਗਾ ਸਕੀਏ ਕਿ ਸੋਲਿਊਸ਼ਨ ਐਸਿਡਿਕ ਆ ਜਾਂ ਬੇਸਿਕ ਆ ਜਾਂ ਨਿਊਟਰਲ ਆ, ਠੀਕ ਹੈ ਜੀ। ਤਾਂ pH ਦਾ ਐਗਜ਼ੈਕਟ ਫਾਰਮੂਲਾ ਕਿਵੇਂ ਹੁੰਦਾ ਗਾ, ਨੈਗੇਟਿਵ ਲੌਗ ਆਫ ਹਾਈਡਰੋਜਨ ਆਇਨ ਕੌਨਸਨਟ੍ਰੇਸ਼ਨ, ਠੀਕ ਹੈ ਜੀ। ਬਲੱਡ ਲੈ ਲਓ ਆਪਣਾ, ਬਲੱਡ ਦੀ ਬਲੱਡ ਐਸਿਡਿਕ ਆ ਜਾਂ ਬੇਸਿਕ ਆ, ਸਲਾਈਟਲੀ ਐਲਕਲਾਈਨ ਆ, ਐਲਕਲਾਈਨ ਮਤਲਬ ਬੇਸਿਕ ਹੈਗਾ ਆਪਣਾ ਬਲੱਡ, ਠੀਕ ਹੈ ਜੀ, ਸਲਾਈਟਲੀ ਬੇਸਿਕ ਆ ਬਲੱਡ। ਅਤੇ ਡਿਸੋਸ਼ੀਏਸ਼ਨ ਆਫ ਐਨ ਐਸਿਡ ਔਰ ਬੇਸ, ਜਦੋਂ ਕੋਈ ਐਸਿਡ ਜਾਂ ਬੇਸ ਡਿਸੋਸ਼ੀਏਟ ਹੁੰਦਾ ਮਤਲਬ, ਠੀਕ ਹੈ, ਤਾਂ ਐਗਜ਼ੋਥਰਮਿਕ ਰਿਐਕਸ਼ਨ ਹੈਗੀ ਉਹ। ਤਾਂ ਐਗਜ਼ੋਥਰਮਿਕ ਮਤਲਬ ਕੀ ਹੈਗੀ, ਤਾਂ ਜਦੋਂ ਕੋਈ ਐਸਿਡ ਜਾਂ ਬੇਸ ਆ, ਡਿਸੋਸ਼ੀਏਟ ਮਤਲਬ ਟੁੱਟਦਾ ਗਾ, ਠੀਕ ਹੈ ਜੀ। ਕੋਈ ਐਸਿਡ ਲਾ ਲਓ ਜਾਂ ਕੋਈ ਵੀ ਬੇਸ ਲਾ ਲਓ, ਠੀਕ ਹੈ, ਟੁੱਟਦਾ ਗਾ, ਤਾਂ ਉਹਦੇ ਨਾਲ ਕੀ ਹੁੰਦੀ ਹੈ, ਹੀਟ ਇਵੋਲਵ ਹੁੰਦੀ ਹੈਗੀ, ਠੀਕ ਹੈ ਜੀ। ਹੀਟ ਕੀ ਹੁੰਦੀ ਹੈਗੀ, ਇਵੋਲਵ ਹੁੰਦੀ ਹੈਗੀ। ਤਾਂ ਜਦੋਂ ਹੀਟ ਆਪਾਂ ਨੇ ਪਹਿਲਾਂ ਦੱਸਿਆ ਗਾ ਕਿ ਹੀਟ ਇਵੋਲਵ ਹੋਊਗੀ ਰਿਐਕਸ਼ਨ 'ਚੋਂ ਤਾਂ ਉਹ ਐਗਜ਼ੋਥਰਮਿਕ ਹੈਗੀ, ਜਦੋਂ ਹੀਟ ਲਊਗਾ ਉਹ ਕੰਜ਼ਿਊਮ ਕਰੂਗਾ ਤਾਂ ਉਹ ਐਂਡੋਥਰਮਿਕ ਰਿਐਕਸ਼ਨ ਹੈਗੀ, ਠੀਕ ਹੈ ਜੀ। ਅਤੇ ਇਹ ਸੀਗੇ ਕੁਝ ਇੰਪੋਰਟੈਂਟ ਕੁਐਸਚਨ ਸੀਗੇ 25-30 ਅਤੇ ਤੁਸੀਂ ਇਹਨਾਂ ਨੂੰ ਦੇਖ ਲਿਆ ਹੋਣਾ ਗਾ, ਠੀਕ ਹੈ। ਜਿਹਨਾਂ ਇੱਕ ਤਾਂ ਦੀ ਆਲਰੇਡੀ ਰਿਵੀਜ਼ਨ ਹੀ ਹੈਗਾ, ਜਿਨ੍ਹਾਂ ਨੂੰ ਆਉਂਦੇ ਨੇ ਵੈਲ ਐਂਡ ਗੁੱਡ, ਅਤੇ ਜਿਨ੍ਹਾਂ ਦੇ 1-2 ਪੁਆਇੰਟ ਰਹਿੰਦੇ ਸੀਗੇ ਉਹ ਹੋਪਫੁਲੀ ਇਸ ਵੀਡੀਓ ਲੈਕਚਰ ਦੇ ਥਰੂ ਕਵਰ ਹੋ ਗਏ ਹੋਣਗੇ। ਸੋ ਨੈਕਸਟ ਚੈਪਟਰ ਆਪਾਂ ਕੱਲ੍ਹ ਲੈ ਕੇ ਆਵਾਂਗੇ, ਠੀਕ ਹੈ ਜੀ। ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਲਈ।